ਹੈਲੋ ਸਟੂਡੈਂਟਸ, ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਉਸ ਤੋਂ ਅਗਲਾ ਟੌਪਿਕ ਪੂੰਜੀਗਤ ਪ੍ਰਾਪਤੀਆਂ। ਇਨ ਲਾਸਟ ਲੈਕਚਰ ਵੀ ਡਿਸਕਸ ਅਬਾਊਟ ਦ ਟੈਕਸ ਰੈਵਨਿਊ ਲਾਈਕ ਇਨਕਮ ਹੈ ਨਾ, ਕਿਹੜੇ ਕਿਹੜੇ ਟੈਕਸ ਉਹਦੇ ਸੋਰਸਿਸ, ਕਿਹੜੇ ਕਿਹੜੇ ਟੈਕਸਿਸ ਦੇ। ਬਟ ਨਾਓ ਸੈਕਿੰਡ ਪੁਆਇੰਟ ਇਜ਼ ਜੀ ਪੂੰਜੀਗਤ ਪ੍ਰਾਪਤੀਆਂ, ਕੈਪੀਟਲ ਰਿਸਿਪਟਸ। ਸੋ ਬੇਸਿਕਲੀ ਇਟ ਇਜ਼ ਅ ਟੂ ਟਾਈਪ। ਇਹਨਾਂ ਪ੍ਰਾਪਤੀਆਂ ਸਰਕਾਰ ਦੀ ਦੇਣਦਾਰੀ ਪੈਦਾ ਨਹੀਂ ਹੁੰਦੀ, ਠੀਕ ਹੈ। ਉਦਾਹਰਨ ਵਜੋਂ ਸਰਕਾਰ ਦੁਆਰਾ ਜੀ ਦੇਖੋ ਕੋਈ ਵੀ ਲੈ ਜਾਣ ਵਾਲਾ ਜਿਹੜਾ ਕਰਜ਼ਾ ਉਹ ਦੇਣਦਾਰੀ ਹੈ, ਇਸ ਨੂੰ ਵਾਪਿਸ ਕੀਤਾ ਜਾਂਦਾ। ਇਸ ਲਈ ਸਰਕਾਰ ਨੂੰ ਪੂੰਜੀਗਤ ਪ੍ਰਾਪਤੀਆਂ ਕਿਹਾ ਜਾਂਦਾ। ਮਤਲਬ ਸਰਕਾਰ ਨੇ ਰਾਜੇ ਜੇਕਰ ਕੋਈ ਕਰਜ਼ਾ ਲਿਆ ਤਾਂ ਉਸ ਨੂੰ ਵਾਪਿਸ ਕਰਨਾ ਪਊਗਾ, ਅਤੇ ਇਸ ਤਰ੍ਹਾਂ ਉਹਦੀ ਕੀ ਹੈ ਰਾਜੇ, ਸਰਕਾਰ ਦੀ ਇੱਕ ਦੇਣਦਾਰੀ, ਇੱਕ ਜ਼ਿੰਮੇਵਾਰੀ ਪੈਦਾ ਹੁੰਦੀ ਹੈ, ਠੀਕ ਹੈ। ਸੈਕਿੰਡ ਹੈਗਾ ਜੀ ਇਹਨਾਂ ਪ੍ਰਾਪਤੀਆਂ ਨਾਲ ਸਰਕਾਰ ਦੀ ਸੰਪੱਤੀ ਜਿਹੜੀ ਹੁੰਦੀ ਹੈ ਨਾ, ਐਸੈਟ, ਉਹ ਘੱਟ ਜਾਂਦੇ ਆ। ਕਿੱਦਾਂ ਰਾਜੇ ਦੇਖੋ, ਜਿਵੇਂ ਸਰਕਾਰ ਵੱਲੋਂ ਮਰੂਤੀ ਉਦਯੋਗ ਦੇ ਸ਼ੇਅਰ ਵੇਚਣ ਨਾਲ ਜੋ ਲਾਈਕ ਉਹਨੂੰ ਪੈਸਾ ਮਿਲਿਆ ਸੀਗਾ, ਠੀਕ ਹੈ, ਉਸਦੇ ਫਲਸਰੂਪ ਸਰਕਾਰ ਦੀ ਸੰਪੱਤੀ ਘੱਟ ਜਾਂਦੀ ਹੈ। ਇਸ ਲਈ ਇਹਨਾਂ ਨੂੰ ਪੂੰਜੀਗਤ ਪ੍ਰਾਪਤੀਆਂ ਕਿਹਾ ਜਾਂਦਾ। ਮਤਲਬ ਕੰਪਨੀ ਜਦੋਂ ਆਪਦੇ ਕੋਈ ਸ਼ੇਅਰ ਵੇਚ ਦਿੰਦੀ ਹੈ ਸਰਕਾਰ, ਠੀਕ ਹੈ, ਉਹਦੇ ਐਸੈਟ ਘੱਟ ਗਏ ਰਾਜੇ। ਸੋ ਪੂੰਜੀਗਤ ਪ੍ਰਾਪਤੀਆਂ ਮੌਦਰਿਕ ਪ੍ਰਾਪਤੀਆਂ ਹਨ ਜਿਨ੍ਹਾਂ ਨਾਲ ਸਰਕਾਰ ਦੀ ਦੇਣਦਾਰੀ ਪੈਦਾ ਹੁੰਦੀ ਹੈ ਜਾਂ ਸਰਕਾਰ ਦੀ ਸੰਪੱਤੀ ਘੱਟ ਜਾਂਦੀ ਹੈ। ਸੋ ਨੈਕਸਟ ਰਾਜੇ ਪੂੰਜੀਗਤ ਪ੍ਰਾਪਤੀਆਂ ਆਪਣੇ ਤਿੰਨ ਰਾਜੇ। ਇੱਕ ਤਾਂ ਕਰਜ਼ੇ ਦੀ ਵਸੂਲੀ ਜੇ ਆਪਾਂ ਕਰ ਲੈਂਦੇ ਆਪਾਂ ਨੂੰ ਮਿਲ ਜਾਣਗੀਆਂ, ਉਧਾਰ ਅਤੇ ਹੋਰ ਦੇਣਦਾਰੀਆਂ ਹੋ ਗਈਆਂ, ਅਤੇ ਹੋਰ ਰਿਸਿਪਟਸ ਹੋ ਗਈਆਂ, ਠੀਕ ਹੈ। ਕਰਜ਼ੇ ਦੀ ਵਸੂਲੀ ਦੇਖੋ, ਸਰਕਾਰ ਦੁਆਰਾ ਕਹਿੰਦੇ ਦਿੱਤੇ ਗਏ ਕਰਜ਼ੇ ਉਹਨਾਂ ਦੀਆਂ ਸੰਪੱਤੀਆਂ ਹਨ। ਇਸ ਲਈ ਕਰਜ਼ਿਆਂ ਦੀ ਵਸੂਲੀ ਦੇ ਫਲਸਰੂਪ ਸਰਕਾਰ ਦੀਆਂ ਜਿਹੜੀਆਂ ਸੰਪੱਤੀਆਂ ਵਿੱਚ ਵੀ ਕਮੀ ਆ ਜਾਂਦੀ ਹੈ। ਮਤਲਬ ਕਰਜ਼ਾ ਲੈਂਦੇ ਤਾਂ ਆਪਣੀ ਸੰਪੱਤੀ ਆਪਣੇ ਐਸੈਟ ਘੱਟ ਜਾਂਦੇ ਆ ਰਾਜੇ, ਠੀਕ ਹੈ। ਇਸ ਲਈ ਇਹਨਾਂ ਨੂੰ ਪੂੰਜੀਗਤ ਪ੍ਰਾਪਤੀਆਂ ਮੰਨਿਆ ਜਾਂਦਾ ਹੈ। ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਕੇਂਦਰੀ ਜਿਹੜੀ ਸਰਕਾਰ ਹੈ, ਸੈਂਟਰ ਸਰਕਾਰ ਹੈ ਰਾਜੇ, ਸਰਕਾਰ ਅਤੇ ਸੰਘੀ ਜਿਹੜੇ ਪ੍ਰਦੇਸ਼ ਯੂਟੀਜ਼ ਰਾਜੇ, ਉਹਨਾਂ ਦੀ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ ਕਰਜ਼ੇ ਦਿੰਦੀ ਹੈ। ਉਧਾਰ ਦੇਣ ਦੇ ਫਲਸਰੂਪ ਸੰਪੱਤੀਆਂ ਦਾ ਨਿਰਮਾਣ ਹੁੰਦਾ। ਦੇਖੋ ਰੇ, ਜਦੋਂ ਅੱਜ ਆਪਾਂ ਕਿਸੇ ਨੂੰ ਉਧਾਰ ਦਿੰਦੇ ਹਾਂ, ਠੀਕ ਹੈ, ਕੱਲ੍ਹ ਨੂੰ ਆਪਾਂ ਨੂੰ ਵਿਦ ਇੰਟਰਸਟ ਆਪਾਂ ਨੂੰ ਵਾਪਿਸ ਹੋਣਾ, ਠੀਕ ਹੈ। ਜੇ ਆਪਾਂ ਕਿਸੇ ਨੂੰ ਉਧਾਰ ਦੇਈਏ, ਇਹਦਾ ਮਤਲਬ ਕੀ ਹੈ ਰਾਜੇ, ਉਹ ਆਪਣੀ ਸੰਪੱਤੀ ਪੈਦਾ ਕਰ ਰਹੇ ਹਾਂ ਆਪਾਂ ਆਪਦੀ। ਉਧਾਰ ਲੈਣ ਦੇ ਫਲਸਰੂਪ ਕੀ ਦੇਣਦਾਰੀ ਪੈਦਾ ਹੁੰਦਾ ਹੈ, ਅਤੇ ਉਧਾਰ ਦੇਣ ਦੇ ਨਾਲ ਕੀ ਹੁੰਦਾ ਰਾਜੇ, ਸੰਪੱਤੀ ਪੈਦਾ ਹੁੰਦੀ ਹੈ। ਇਸ ਲਈ ਉਧਾਰ ਲੈਣ ਦੇ ਨਤੀਜੇ ਵਜੋਂ ਜੋ ਮੁੰਦਰਾ ਪ੍ਰਾਪਤ ਹੁੰਦੀ ਉਸ ਨੂੰ ਪੂੰਜੀਗਤ ਪ੍ਰਾਪਤੀ ਮੰਨਿਆ ਜਾਂਦਾ ਹੈਗਾ। ਕਿਹੜੇ ਕਿਹੜੇ ਸਰੋਤਾਂ ਤੋਂ ਉਧਾਰ ਲੈਂਦੀ ਹੈ ਰਾਜੇ, ਲਾਈਕ ਜਿਵੇਂ ਸਥਾਰਨ ਜਨਤਾ ਤੋਂ ਉਧਾਰ ਲੈ ਲਿਆ, ਰਿਜ਼ਰਵ ਬੈਂਕ ਤੋਂ ਲੈ ਲਿਆ, ਬਾਕੀ ਵਿਸ਼ਵ ਤੋਂ, ਕਿਸੇ ਅਦਰ ਕੰਟਰੀ ਤੋਂ, ਹੈ ਨਾ, ਠੀਕ ਹੈ ਜੀ। ਹੋਰ ਪ੍ਰਾਪਤੀਆਂ ਰਾਜੇ, ਹੋਰ ਪ੍ਰਾਪਤੀਆਂ ਦੇ ਅਧੀਨ ਜਿਵੇਂ ਹੁੰਦਾ ਜੀ ਡਿਸਇਨਵੈਸਟਮੈਂਟ, ਜਿਹਨੂੰ ਆਪਾਂ ਵਿਨਿਵੇਸ਼ ਕਹਿ ਦਿੰਦੇ ਹਾਂ, ਹੈ ਨਾ। ਵਿਨਿਵੇਸ਼ ਅਸਲ ਵਿੱਚ ਨਿਵੇਸ਼ ਦੀ ਕਹਿੰਦੇ ਨਿਵੇਸ਼ ਦਾ ਮਤਲਬ ਕੀ ਹੁੰਦਾ ਵੀ ਕਿਸੇ ਇੱਕ ਕਹਿ ਲਓ ਪ੍ਰੋਜੈਕਟ ਦੇ ਵਿੱਚ ਪੈਸਾ ਇਨਵੈਸਟ ਕਰਨਾ, ਠੀਕ ਹੈ ਜੀ। ਵਿਨਿਵੇਸ਼ ਡਿਸਇਨਵੈਸਟਮੈਂਟ ਕੀ ਹੋ ਜੂਗੀ ਰਾਜੇ, ਪੈਸਾ ਵਾਪਿਸ ਲੈਣਾ, ਹੈ ਨਾ। ਵਿਨਿਵੇਸ਼ ਤੋਂ ਭਾਵ ਇਹ ਸਰਕਾਰ ਦੁਆਰਾ ਲੋਕਾਂ ਨੂੰ ਸਰਵਜਨਿਕ ਖੇਤਰ ਦੇ ਉਦਮਾਂ ਦੀ ਵਿਕਰੀ ਕਰਨਾ ਹੁੰਦਾ, ਹੈ ਨਾ, ਠੀਕ ਹੈ। ਇਸ ਦੇ ਅਧੀਨ ਜਿਹੜੇ ਸਰਵਜਨਿਕ ਖੇਤਰ ਦੇ ਉਦਮਾਂ ਦੀ ਮਾਲਕੀ ਨੂੰ ਕੀ ਹੈ ਰਾਜੇ, ਆਪਾਂ ਨਿੱਜੀ ਉਦਯੋਗਪਤੀਆਂ ਨੂੰ ਟਰਾਂਸਫਰ ਕਰ ਦਿੱਤਾ ਹੈ। ਲਾਈਕ ਜਿਵੇਂ ਆਪਾਂ ਹੁਣ ਦੇਖ ਰਹੇ ਹਾਂ ਵੀ ਸਾਰਾ ਕੁਛ ਪ੍ਰਾਈਵੇਟਾਈਜੇਸ਼ਨ ਹੋ ਚੁੱਕੀ ਹੈਗੀ ਆ, ਠੀਕ ਹੈ। ਸਰਕਾਰ ਨੇ ਜਿਹੜੇ ਆਪਦੀ ਲਾਈਕ ਉਹਨਾਂ ਦੇ ਅਧਿਕਾਰ ਸੀਗੇ ਉਹ ਵੇਚਣੇ ਸ਼ੁਰੂ ਕਰਤੇ, ਹੈ ਨਾ। ਲਾਈਕ ਜਿਵੇਂ ਇਲੈਕਟ੍ਰੀਸਿਟੀ ਜੋ ਉਹਨਾਂ ਨੇ ਪ੍ਰਾਈਵੇਟ ਕਰਤੀ ਹੈ ਨਾ, ਮਤਲਬ ਜਿੱਥੇ ਸਰਕਾਰ ਨੇ ਪਹਿਲਾਂ ਆਪਦਾ ਪੈਸਾ ਲਗਾਇਆ ਸੀ ਉੱਥੋਂ ਉਹਨੇ ਆਪਦਾ ਪੈਸਾ ਕਢਵਾ ਲਿਆ, ਅਤੇ ਉੱਥੇ ਪ੍ਰਾਈਵੇਟ ਕੰਪਨੀਆਂ ਨੇ ਆਪਦਾ ਸ਼ੇਅਰ ਜ਼ਿਆਦਾ ਕਰਤਾ, ਠੀਕ ਹੈ ਜੀ। ਇਸ ਨੂੰ ਮਤਲਬ ਇਸ ਦੇ ਫਲਸਰੂਪ ਜਿਹੜੀ ਪ੍ਰਾਪਤੀ ਸਰਕਾਰ ਨੂੰ ਹੁੰਦੀ ਹੈ ਉਹਨੂੰ ਆਪਾਂ ਪੂੰਜੀਗਤ ਪ੍ਰਾਪਤੀ ਕਹਿ ਦਿੰਦੇ ਹਾਂ। ਸੋ ਨੈਕਸਟ ਰਾਜੇ ਬਜਟ ਖਰਚੇ, ਹੈ ਨਾ, ਐਕਸਪੈਂਡੀਚਰ ਕੀ ਹੁੰਦਾ ਰਾਜੇ। ਦੇਖੋ, ਬਜਟ ਖਰਚੇ ਤੋਂ ਭਾਵ ਸਰਕਾਰ ਦੁਆਰਾ ਇੱਕ ਵਿੱਤੀ ਸਾਲ ਦੇ ਵਿੱਚ ਵਿਕਾਸ ਅਤੇ ਵਿਕਾਸ ਖੇਤਰ ਜਾਂ ਯੋਜਨਾ ਅਤੇ ਯੋਜਨਾਤਮਕ ਕਾਰਜ ਰੂਪਾਂ ਤੋਂ ਅਨੁਮਾਨਿਤ ਖਰਚੇ ਹਨ। ਮਤਲਬ ਕਿ ਵੀ ਇੱਕ ਐਸਟੀਮੇਟਡ ਐਕਸਪੈਂਡੀਚਰ ਹੁੰਦਾ ਗੌਰਮੈਂਟ ਦਾ ਵੀ ਕਿੰਨਾ ਉਹਨੇ ਡਿਵੈਲਪਮੈਂਟ ਅਤੇ ਨੋਨ ਡਿਵੈਲਪਮੈਂਟ ਜਿਹੜਾ ਪ੍ਰੋਗਰਾਮ ਹੈਗੇ ਆ ਜਾਂ ਪਲੈਨਡ ਅਤੇ ਨੋਨ ਪਲੈਨਡ ਪ੍ਰੋਗਰਾਮ ਹੈਗੇ ਉਹਨਾਂ 'ਤੇ ਖਰਚ ਕਰਨਾ। ਇਹ ਦੋ ਤਰ੍ਹਾਂ ਦੇ ਹੁੰਦੇ ਰਾਜੇ, ਰਾਜਸਵੀ ਖਰਚੇ ਅਤੇ ਪੂੰਜੀਗਤ ਖਰਚੇ। ਪਹਿਲਾਂ ਹੈਗੇ ਰਾਜਸਵੀ ਮਤਲਬ ਰੈਵਨਿਊ ਐਕਸਪੈਂਡੀਚਰ। ਇਹ ਉਹ ਖਰਚੇ ਹਨ ਰਾਜੇ ਜਿਨ੍ਹਾਂ ਨਾਲ ਕਿਸੇ ਵੀ ਸੰਪੱਤੀ ਦਾ ਨਿਰਮਾਣ ਨਹੀਂ ਹੁੰਦਾ। ਮਤਲਬ ਸਰਕਾਰ ਜੇ ਖਰਚਾ ਕਰਦੀ ਹੈ ਤਾਂ ਉਹਦੇ ਨਾਲ ਉਹਦੀ ਕੋਈ ਵੀ ਸੰਪੱਤੀ ਪੈਦਾ ਨਹੀਂ ਹੋਊਗੀ। ਲਾਈਕ ਜਿਵੇਂ ਸਰਕਾਰ ਜੇ ਬੁਢਾਪਾ ਪੈਨਸ਼ਨ ਦੇ ਰਹੀ ਆ, ਠੀਕ ਹੈ ਜੀ, ਫ੍ਰੀ ਰਾਸ਼ਨ ਦੇ ਰਹੀ ਆ, ਤਨਖਾਹ ਵੰਡ ਰਹੀ ਆ, ਵਜ਼ੀਫੇ ਦੇ ਰਹੀ ਆ, ਹੈ ਨਾ, ਕਮਿਸ਼ਨ ਦੇ ਰਹੀ ਆ, ਠੀਕ ਹੈ ਜੀ। ਇਹਦੇ ਨਾਲ ਸਰਕਾਰ ਦੀ ਕੋਈ ਵੀ ਸੰਪੱਤੀ ਪੈਦਾ ਨਹੀਂ ਹੋਊਗੀ। ਇਹ ਖਰਚੇ ਸਰਕਾਰ ਦੀ ਦੇਣਦਾਰੀ ਨੂੰ ਘੱਟ ਨਹੀਂ ਕਰਦੇ ਰਹੇ। ਉਦਾਹਰਨ ਵਜੋਂ ਕਰਜ਼ਿਆਂ ਦੇ ਭੁਗਤਾਨ 'ਤੇ ਜਿਹੜੇ ਕੀਤੇ ਗਏ ਖਰਚੇ ਦੇ ਫਲਸਰੂਪ ਜਿਹੜੀ ਸਰਕਾਰ ਦੀ ਦੇਣਦਾਰੀ ਘੱਟ ਹੁੰਦੀ ਹੈ, ਇਸ ਲਈ ਇਹਨੂੰ ਆਪਾਂ ਰਾਜਸਵੀ ਖਰਚਾ ਨਹੀਂ ਮੰਨ ਸਕਦੇ।
ਠੀਕ ਹੈ ਜੀ। ਸੋ ਰਾਜਸਵੀ ਖਰਚੇ ਤੋਂ ਭਾਵ ਕੀ ਹੈ ਜੀ, ਸਰਕਾਰ ਦੁਆਰਾ ਇੱਕ ਵਿੱਤੀ ਸਾਲ ਦੌਰਾਨ ਕੀਤੇ ਜਾਣ ਵਾਲੇ ਉਸ ਅਨੁਮਾਨਿਤ ਖਰਚੇ ਤੋਂ ਹੈ ਜਿਸ ਦੇ ਫਲਸਰੂਪ ਨਾ ਤਾਂ ਸਰਕਾਰ ਦੀ ਰਾਜੇ ਸੰਪत्ति ਦਾ ਨਿਰਮਾਣ ਹੁੰਦਾ ਤੇ ਨਾ ਹੀ ਕੋਈ ਦੇਣਦਾਰੀ ਵਿੱਚ ਕਮੀ ਹੁੰਦੀ, ਨਾ ਤਾਂ ਵੀ ਉਹਦੇ ਐਸਿਡ ਵੱਧਦੇ, ਨਾ ਹੀ ਉਹਦਾ ਕੋਈ ਜਿਹੜਾ ਉਹਨੇ ਪੈਸੇ ਦੇਣੇ ਆ ਜਾਂ ਕੁਛ ਵੀ ਕਿਸੇ ਦਾ ਕੋਈ ਵੀ ਦੇਣਦਾਰੀ ਸਰਕਾਰ ਦੀ ਉਹ ਘੱਟ ਗਈ, ਉੱਥੇ ਉੱਥੇ ਰਹੂਗੀ। ਪੂੰਜੀਗਤ ਖਰਚੇ ਇਹ ਉਹ ਖਰਚੇ ਹੁੰਦੇ ਹਨ ਰਾਜੇ ਜਿਸ ਦੇ ਨਾਲ ਸਰਕਾਰ ਦੀ ਜਿਹੜੀ ਸੰਪੱਤੀਆਂ ਨਿਰਮਾਣ ਕਰਦੇ ਆ, ਲਾਈਕ ਜਿਵੇਂ ਘਰੇਲੂ ਜਾਂ ਕਿਸੇ ਬਹੁਰਾਸ਼ਟਰੀ ਕੰਪਨੀ ਦੇ ਸ਼ੇਅਰ ਖਰੀਦ ਲਏ ਰਾਜੇ ਉਹਨੇ, ਠੀਕ ਹੈ, ਲਾਈਕ ਕਿਤੇ ਉਹਦਾ ਪੈਸਾ ਲਗਾਤਾ ਉਸ ਕੰਪਨੀ ਵਿੱਚ ਹਿੱਸਾ ਪਾਤਾ, ਉਹਦਾ ਮਤਲਬ ਉਹਦੀ ਸੰਪੱਤੀ ਬਣ ਗਈ। ਖਰਚਿਆਂ ਦੀ ਦੇਣਦਾਰੀ ਨੂੰ ਘੱਟ ਕਰਨ ਲਈ ਸਰਕਾਰ ਦੁਆਰਾ ਜਿਹੜੇ ਕਰਜ਼ੇ ਲਏ ਗਏ ਸੀਗੇ ਰਾਜੇ ਹੈ ਨਾ, ਜੇ ਉਹ ਕਰਜ਼ੇ ਨੂੰ ਵਾਪਿਸ ਕਰ ਦਿੰਦੀ ਤਾਂ ਉਹਦੀ ਦੇਣਦਾਰੀ ਘੱਟ ਜਾਂਦੀ ਆ। ਸੋ ਪੂੰਜੀਗਤ ਖਰਚੇ ਤੋਂ ਭਾਵ ਇੱਕ ਵਿੱਤੀ ਸਾਲ ਦੌਰਾਨ ਸਰਕਾਰ ਦੇ ਉਸ ਅਨੁਮਾਨਿਤ ਖਰਚਿਆਂ ਤੋਂ ਹੈ ਜੋ ਪਰਿਸੰਪਤੀਆਂ ਵਿੱਚ ਵਾਧਾ ਕਰਦਾ ਹੈ ਜਾਂ ਦੇਣਦਾਰੀ ਨੂੰ ਘੱਟ ਕਰਦਾ ਹੈ। ਸੋ ਸਰਵਜਨਕ ਦੀਆਂ ਹੋਰ ਕਿਹੜੀਆਂ ਕਿਸਮਾਂ ਰਾਜੇ, ਪਹਿਲਾਂ ਦੇਖੋ ਵਿਕਾਸ ਖਰਚੇ ਉਹ ਖਰਚੇ ਹਨ ਜੋ ਆਰਥਿਕ ਅਤੇ ਸਮਾਜਿਕ ਕਲਿਆਣ ਦੇ ਲਈ ਕੀਤੇ ਜਾਂਦੇ ਆ, ਮਤਲਬ ਜਿਹੜੇ ਸਮਾਜ ਦੀ ਭਲਾਈ ਦੇ ਲਈ ਕੀਤੇ ਜਾਂਦੇ ਆ, ਲਾਈਕ ਜਿਵੇਂ ਸਿੱਖਿਆ ਦੇ ਉੱਪਰ, ਸਿਹਤ ਦੇ ਉੱਪਰ, ਉਦਯੋਗ ਦੇ ਉੱਪਰ, ਖੇਤੀਬਾੜੀ 'ਤੇ, ਆਵਾਜਾਈ 'ਤੇ, ਸੜਕਾਂ 'ਤੇ, ਨਹਿਰਾਂ 'ਤੇ, ਜਨ ਕਲਿਆਣ ਦੇ ਲਈ ਹੋ ਗਿਆ ਹੈ ਨਾ, ਬਿਜਲੀ ਦੇ ਵਿਕਾਸ ਲਈ, ਇਹਨਾਂ ਕੰਮਾਂ ਲਈ ਜਿਹੜੇ ਸਰਕਾਰ ਪੈਸਾ ਖਰਚ ਕਰਦੀ ਹੈ ਰਾਜੇ ਉਹ ਆਪਣਾ ਵਿਕਾਸ ਖਰਚੇ ਹੋ ਗਿਆ। ਵਿਕਾਸ ਖੇਤਰ ਕਿਹੜੇ ਹੁੰਦੇ ਆ ਰਾਜੇ, ਉਹ ਖਰਚੇ ਹੁੰਦੇ ਜੋ ਸਰਕਾਰ ਦੇ ਵਿਕਾਸ ਖੇਤਰ ਤਹਿਤ ਗੈਰ ਵਿਕਾਸ ਕੰਮਾਂ 'ਤੇ ਕੀਤੇ ਜਾਂਦੇ ਆ, ਲਾਈਕ ਜਿਵੇਂ ਪੁਲਿਸ ਦੇ ਉੱਪਰ ਪੈਸਾ ਖਰਚ ਕਰਤਾ, ਫੌਜ ਦੇ ਕਾਨੂੰਨ ਦੇ ਬਣਾਉਣ ਦੇ ਲਈ ਹੈ ਨਾ, ਘਰਾਂ ਨੂੰ ਇਕੱਠਾ ਕਰਕੇ ਪੈਸਾ ਖਰਚ ਕਰਤਾ, ਬੁਢਾਪਾ ਪੈਨਸ਼ਨ ਦੇਤੀ, ਇਹਦੇ ਨਾਲ ਕੋਈ ਆਪਣਾ ਵਿਕਾਸ ਨਹੀਂ ਹੁੰਦਾ, ਠੀਕ ਹੈ ਜੀ। ਯੋਜਨਾ ਖਰਚੇ ਰਾਜੇ, ਯੋਜਨਾ ਖਰਚੇ ਤੋਂ ਭਾਵ ਕੀ ਹੈ ਵੀ ਉਹਨਾਂ ਖਰਚਿਆਂ ਤੋਂ ਹੈ ਜੋ ਚਾਲੂ 5 ਸਾਲਾਂ ਯੋਜਨਾਵਾਂ ਦੇ ਅਧੀਨ ਕਾਰਜਕ੍ਰਮਾਂ 'ਤੇ ਕੀਤੇ ਜਾਂਦੇ ਹਨ। ਇਸ ਦੇ ਅਧੀਨ ਸਰਕਾਰ ਜਾਂ ਤਾਂ ਰਾਜੇ ਯੋਜਨਾ ਆਯੋਗ ਦੁਆਰਾ ਕੀਤੇ ਗਏ ਉਪਭੋਗ ਅਤੇ ਨਿਵੇਸ਼ ਦੋਹਾਂ ਤਰ੍ਹਾਂ ਦੇ ਖਰਚੇ ਨੂੰ ਸ਼ਾਮਿਲ ਕੀਤਾ ਜਾਂਦਾ ਹੈਗਾ। ਇਸ ਦੇ ਮੁੱਖ ਕਿਹੜੇ ਲਾਈਕ ਖੇਤੀਬਾੜੀ ਦੇ ਉੱਪਰ ਕਰਤਾ ਉਹਨੇ ਜਿਹੜੇ ਪ੍ਰੋਪਰ ਸੋਚ ਸਮਝ ਕੇ ਕੀਤੇ ਗਏ। ਹਾਂਜੀ, ਨੋਨ ਪਲੈਨਡ ਐਕਸਪੈਂਡੀਚਰ ਦੇਖੋ, ਨੋਨ ਪਲੈਨਡ ਐਕਸਪੈਂਡੀਚਰ ਜੇ ਉਹ ਖਰਚੇ ਹੁੰਦੇ ਹਨ ਜੋ ਯੋਜਨਾ ਮੁਤਾਬਿਕ ਵਿਕਾਸ ਸੰਬੰਧੀ ਕਾਰਿਆਕ੍ਰਮਾਂ ਤੋਂ ਇਲਾਵਾ ਹੋਰਨਾਂ ਕੰਮਾਂ 'ਤੇ ਵੀ ਕੀਤੇ ਜਾਂਦੇ ਹਨ, ਲਾਈਕ ਜਿਵੇਂ ਲੋੜੀਂਦਾ ਸਾਧਨ ਸੇਵਾਵਾਂ 'ਤੇ ਕੀਤੇ ਜਾਣ ਵਾਲੇ ਖਰਚੇ ਨੂੰ ਆਪਾਂ ਵਿਕਾਸ ਖੇਤਰ ਖਰਚੇ ਕਿਹਾ ਜਾਂਦਾ ਹੈਗਾ। ਇਹਨਾਂ ਦੇ ਅਧੀਨ ਕੀ ਹੁੰਦਾ ਵੀ ਸਰਕਾਰ ਦੇ ਉਪਭੋਗ ਅਤੇ ਨਿਵੇਸ਼ ਦੋਹਾਂ ਦੇ ਖਰਚਿਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈਗਾ। ਇਸ ਦੇ ਮੁੱਖ ਉਦਾਹਰਨ ਹਨ ਲਾਈਕ ਜਿਵੇਂ ਆਪਾਂ ਕਹਿ ਲਓ ਅਨੁਦਾਨ, ਸੁਰੱਖਿਆ, ਕਾਨੂੰਨ ਅਤੇ ਵਿਵਸਥਾ ਹੋ ਗਈ, ਸਰਕਾਰ ਦੁਆਰਾ ਲਏ ਗਏ ਕਰਜ਼ਿਆਂ ਦਾ ਭੁਗਤਾਨ ਕਰਨਾ ਹੋ ਗਿਆ, ਠੀਕ ਹੈ। ਇਹ ਸਾਰੇ ਨੋਨ ਪਲੈਨਡ ਐਕਸਪੈਂਡੀਚਰ ਹੁੰਦੇ, ਗੈਰ ਯੋਜਨਾ ਕੀਤੇ ਬਿਨਾਂ ਜਿਹੜੇ ਆਪਾਂ ਖਰਚੇ ਕਰਦੇ ਹਾਂ ਜੇ ਉਹ ਵਾਲੇ, ਠੀਕ ਹੈ।